ਸਭ ਤੋਂ ਪਹਿਲੇ ਤੇ ਤੁਸੀਂ ਸਾਰਿਆਂ ਦਾ ਇੱਥੇ ਆਉਣ 'ਤੇ ਮੈਂ ਬਹੁਤ ਧੰਨਵਾਦ ਕਰਦਾ। आज ਜਿਹੜਾ ਸ਼ੁਰੂਆਤ ਆਪਾਂ ਕੀਤਾ ਹੈ ਉਹਨੂੰ ਆਪਾਂ ਪੰਜਾਬ ਉਜਾਲਾ ਪੰਜਾਬ ਦੇ ਨਾਂ ਦਿੱਤਾ ਹੈ। ਇਹ ਸਾਰੇ ਜੇਲ੍ਹਾਂ ਦੇ ਵਿੱਚ ਹੌਲੀ ਹੌਲੀ ਸ਼ੁਰੂ ਹੋਏਗਾ। ਸ਼ੁਰੂਆਤ ਲਈ ਆਪਾਂ 6 ਸੈਂਟਰਲ ਜੇਲ੍ਹ ਪੰਜਾਬ ਦੇ ਹੈਗੇ ਜਿੱਥੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਜਿੱਥੇ ਤੱਕ ਇਸ ਰੇਡੀਓ ਦਾ ਸਵਾਲ ਹੈ, ਇਹ ਰੇਡੀਓ ਉਜਾਲਾ ਪੰਜਾਬ ਇਹਦਾ ਨਾਂ ਹੈ। ਇਹ ट्रेडिशनल रेडियो तो थोड़ा हट के है क्योंकि इत्थे रेडियो डिवाइसेस नहीं है अपने बंदी वीरा भैणा कोल, बंदियां कोल कोई रेडियो डिवाइस नहीं है। सारे बैरिक जिहड़े है उत्थे आपां स्पीकर लगाए आ। एक सेंट्रल पॉइंट तो ब्रॉडकास्ट होएगा, वायर्ड कनैक्शन है और स्पीकरां ते आवाज़ जाएगा और उत्थे लोकी इस चीज़ का आनंद मनाउणगे ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੈ। ਹੁਣ ਇਹਦੇ ਵਿੱਚ ਜਿਹੜਾ ਰੇਡੀਓ ਚਲਾਉਣ ਦਾ ਸਾਰਾ ਪ੍ਰਕਿਰਿਆ ਹੈ, ਸਾਰਾ ਕੰਮ ਹੈ, ਉਹ ਵੀ ਬੰਦੀ ਵੀਰਾਂ ਨੇ ਕਰਨਾ ਹੈ ਤੇ ਸੁਣਨ ਵਾਲੇ ਵੀ ਬੰਦੀ ਵੀਰ ਨੇ। ਸੋ ਇਹ ਇੱਕ ਜੇਲ੍ਹ ਦੇ ਇੰਟਰਨਲ ਰੇਡੀਓ ਹੈ ਜਿਹਦੇ ਨਾਲ ਐਂਟਰਟੇਨਮੈਂਟ, ਜਿਹਦੇ ਨਾਲ ਕੋਈ ਸੰਦੇਸ਼ ਦੇਣਾ ਹੋਵੇ, ਜਿਹਦੇ ਨਾਲ ਭਗਤੀ ਸੰਗੀਤ ਹੋਵੇ, ਉਹ ਸਾਰਾ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ 3-4 घंटे का प्रोग्राम चलेगा। सो ये हैगा जेल रेडियो का कंसैप्ट। इस प्रणाली नाल आज दे डेट च करीब 30 तो 40 कैदी जुड़े हैं, लेकिन धीरे धीरे ओवर अ पीरियड ऑफ टाइम ये मैं उम्मीद करदा हाँ कि वध तो वध लोग जुड़नगे, कुछ नवे आएंगे, कुछ पुराने छड्डणगे। बेसिकली सारे कैदियां नूं एक एक्सपोजर देण दा, एक चैनल देण दा जिथे कि वो अपने क्रिएटिव एनर्जीज़ नूं यूज़ कर सकते हैं, वो उपराला हैगा। कल्ले धार्मिक प्रोग्राम चलणगे या होर भी हर तरह का प्रोग्राम चलेगा। फरमाइशी गाना तुहाडे च जिन्हां ने पुराने ज़माने च विविध भारती सुनिया है, विविध भारती च फरमाइशी गाने का प्रोग्राम हुंदा सी, ते उस तरह का फरमाइशी गाने का भी कैदी अपनी फरमाइश दे सकणगे कि मैनूं कल ये गाना सुनना है, तो उन्हां दे नां दे नाल वो गाना चलूगा। उसी तरह धार्मिक सुबह धार्मिक संदेश चलेगा, धार्मिक गाने चलणगे, दिन दे विच शाम नूं अलग अलग तरह के प्रोग्राम चलणगे। सब तो वड्डी और सब तो वधिया गल ये है कि कैदियां दे अपने गाए हुए गाने वो भी रिकॉर्ड होके ये चलणगे। एट द मोमेंट आपां रिकॉर्डिंग फैसिलिटी नहीं लगाया है, इस करके आपां स्टूडियो बनाया जिथे कि वो लाइव गाना गा के बाकी कैदियां नूं सुना सकते हैं। नहीं जी, 24 घंटे जिहड़ा चलदा वो फिर वो गाना नहीं होंदा, वो रौला हो जाता। ठीक है जी, ये 3 तो 4 घंटा दिन दे विच चलेगा। ओदा सुपरिटेंडेंट साहब कैदियां दे नाल उन्हां नाल तालमेल करके जिन्ना उन्हां नूं चाहीदा है वो उन्ना चलेगा। देखो डिस्टर्बेंस नहीं होनी चाहिए, जिन्होंने जबरदस्ती आप लंबा चलावांगे तो डिस्टर्बेंस हो जाएगा, वो फिर एंटरटेनमेंट नहीं रखना होना। देखो जी, किसी भी जेल दे विच जो भी उपराला हुंदा है, उहदे विच जो भी कैदी अगर अच्छा काम करता है तो उन्होंने सुपरिटेंडेंट साहब वालों, IG प्रिजन यानी कि DG प्रिजनस उन्हां वालों रेमिशन देने की फैसिलिटी है। वो रेमिशन अच्छे काम लिए पहले भी मिलता रहा है, तो ये भी उसी फ्रेमवर्क दे विच है। ਇਹਦੇ ਵਿੱਚ ਜਿਹੜਾ ਅੱਛਾ ਕੰਮ ਕਰੇਗਾ, ਜਿਹਦਾ ਕੰਡਕਟ ਅੱਛਾ ਹੋਏਗਾ ਜੇਲ੍ਹ ਦੇ ਵਿੱਚ, ਉਹਨੂੰ ਇਹ ਰੈਮਿਸ਼ਨ ਦੀ ਫੈਸਿਲਿਟੀ ਦਿੱਤੀ ਜਾਏਗੀ। ਇਹਦੇ ਵਿੱਚ ਤਨਖਾਹ ਜਿਹੜਾ ਜੇਲ੍ਹ ਦਾ ਹੈਗਾ, ਇਹ ਵੀ ਇਹ ਕੰਮ ਹੈ। ਸੋ ਜੇਲ੍ਹ ਦਾ ਜਿਹੜਾ ਵੇਜਸ ਸਰਕਾਰ ਵੱਲੋਂ ਜਿਹੜਾ ਅਪਰੂਵਡ ਵੇਜਸ ਹੈ, ਉਹੀ ਜਿਹੜਾ ਇਹਦੇ ਵਿੱਚ ਕੰਮ ਕਰਨਗੇ ਉਹਨੂੰ ਦਿੱਤਾ ਜਾਏਗਾ। ਸਰ ਇਸ ਤੋਂ ਇਲਾਵਾ ਕੋਈ ਹੋਰ ਵੀ ਉਦਘਾਟਨ ਕਰਨ ਜਾ ਰਹੇ ਹਾਂ? ਮੈਂ ਆਪਾਂ ਕੱਲ ਸ਼ੁਰੂਆਤ ਕਰਾਂਗੇ ਫਿਰੋਜ਼ਪੁਰ ਦੇ ਵਿੱਚ, ਇਸ ਤੋਂ ਬਾਅਦ ਕਪੂਰਥਲਾ, ਪਟਿਆਲਾ ਵੀ ਇਹ ਹੋਣਾ ਹੈਗਾ, ਫਰੀਦਕੋਟ ਹੋਣਾ ਹੈ, ਅੰਮ੍ਰਿਤਸਰ ਹੋਣਾ ਹੈ। ਇਹ 6 ਜ਼ਿਲ੍ਹਾ ਦਾ ਆਪਾਂ ਟੀਚਾ ਰੱਖਿਆ ਸੀ, ਜਿੱਥੇ ਕਿ 4 ਜ਼ਿਲ੍ਹਾ 'ਚ ਕੰਮ ਚੱਲ ਰਿਹਾ, 2 ਜ਼ਿਲ੍ਹਾ 'ਚ ਵੀ ਜਲਦੀ ਹੀ ਕੰਮ ਸ਼ੁਰੂ ਹੋਣ ਵਾਲਾ ਹੈ। ਕੋਈ ਪੈਟਰੋਲ ਪੰਪ ਦਾ ਵੀ ਕੰਮ ਕਰਨ ਜਾ ਰਹੇ? ਤੁਸੀਂ ਦੇਖ ਹੀ ਰਹੇ ਹੋ ਪੈਟਰੋਲ ਪੰਪ ਦੀ। जिस दिन आप उत्थे
ਕਰਨ ਆਵਾਂਗੇ ਉਸ ਦਿਨ ਬਾਕੀ ਖੁੱਲ ਕੇ ਗੱਲ ਕਰਾਂਗੇ। ਅੰਦਰ ਬਿਸਕੁਟ ਦੀ ਫੈਕਟਰੀ ਚੱਲ ਰਹੀ ਹੈ, ਹੋਰ ਵੀ ਇਦਾਂ ਦਾ ਕੋਈ ਆਪਣਾ ਹੈਗਾ ਕਿ ਅਸੀਂ ਪ੍ਰੋਡਕਟ ਅੰਦਰ ਕੋਈ ਤਿਆਰ ਕੋਈ ਆਪਣਾ ਕਰਦੇ? ਦੇਖੋ ਜੀ, ਫਰੀਦਕੋਟ ਦੇ ਵਿੱਚ ਔਰ ਫਰੀਦਕੋਟ, ਬਠਿੰਡਾ ਔਰ ਹੁਸ਼ਿਆਰਪੁਰ ਦੇ ਵਿੱਚ ਆਪਾਂ ਇੱਕ ਉਪਰਾਲਾ ਕੀਤਾ ਹੈ ਜਿਹਦੇ ਵਿੱਚ ਆਪਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ PPP ਮੋਡ ਤੇ ਪ੍ਰੋਡਕਟਸ ਬਣਾ ਰਹੇ ਹਾਂ। ਫਰੀਦਕੋਟ ਔਰ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਪ੍ਰੋਡਕਟਸ ਬਣ ਰਹੇ ਨੇ ਉਹ ਸੈਨੇਟਰੀ ਨੈਪਕਿਨਸ ਨੇ ਤੇ ਬਾਇਓਡਿਗ੍ਰੇਡੇਬਲ ਬੈਗਸ ਨੇ। ਜਿਹੜਾ ਬਠਿੰਡੇ ਦੇ ਵਿੱਚ ਇੱਕ ਵੁਡਨ ਫਰਨੀਚਰ ਦਾ ਯੂਨਿਟ ਲਗਾਇਆ ਹੈ, ਦੋਨੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਤੇ ਹੈ ਤਾਂ ਕਿ ਜੇਲ੍ਹ ਦੇ ਵਿੱਚ ਸਮਾਨ ਪੈਦਾ ਹੋ ਸਕੇ, ਜਿਹਦੇ ਵਿੱਚ ਮਸ਼ੀਨਰੀ ਵਗੈਰਾ ਦਾ ਸਾਰੇ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਪ੍ਰਾਈਵੇਟ ਪਾਰਟਨਰ ਕਰਦੀ ਹੈ। ਜੇਲ੍ਹ ਉਹਦੇ ਵਿੱਚ ਲੇਬਰ ਦਿੰਦਾ ਹੈ, ਉਹਨੂੰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਦਾ ਹੈ ਤੇ ਜਿਹੜਾ ਪ੍ਰੋਡਕਟ ਬਣਦਾ ਹੈ ਉਹ ਜਿਹੜੀ ਪ੍ਰਾਈਵੇਟ ਪਾਰਟਨਰ ਹੈ ਉਹ ਬਾਹਰ ਵੇਚਦੀ ਹੈ ਜਾਂ ਸਰਕਾਰੀ ਦਾਇਰਾ ਅਗਰ ਕੋਈ ਖਰੀਦਣਾ ਚਾਹੁੰਦਾ ਹੈ ਤੇ ਉਹ ਜੇਲ੍ਹ ਮਹਿਕਮਾ ਉਸ ਪ੍ਰੋਡਕਟ ਨੂੰ ਵੇਚਦਾ ਹੈ। इसके बारे में मैं यही कहना चाहूँगा कि ये जेल में नहीं पहुँचना चाहिए, लेकिन दो तीन चीज़ें कि चरण सीमा पे है पंजाब में, मैं नहीं जानता इस चीज़ को। जो भी चीज़ का साइंटिफिक एनालिसिस नहीं हुआ हो उस चीज़ के बारे में मैं कमेंट नहीं करता। सो दैट वाज एज रिगार्ड्स एज चरम सीमा। बट जेल के अंदर देखो, जेल के अंदर 45% कैदी वो हैं जो नशे के केसेस में NDPS एक्ट के अंदर हैं। टोटल पॉपुलेशन का ऑलमोस्ट 40% वो आप नशे के शिकार हैं। उनका हम या तो उनको हम बुप्रेनॉर्फिन दे रहे हैं या उनका डी एडिक्शन करा रहे हैं। सो इतने बड़े संख्या में अगर डिमांड है, जो नशे का शिकार है, जो एक मरीज़ है नशे का, वो डिमांड क्रिएट करता है। तो वर्ल्ड में कहीं भी जहाँ डिमांड हो सप्लाई का कोई ना कोई ज़रिया बन जाता है, ठीक है। और इसीलिए ये सच्चाई है कि जेल के अंदर नशा आ रहा है, कई तरीक़ों से आ रहा है। जेल का आपको पता है, दीवार आपने देखा यहाँ कॉलोनीज़, इस जेल का जो हाल है वही कई और जेलों का हाल है। सो थ्रो करने का एक तरीका है। हमारे मुलाजिम भी हैं, हमने पिछले 2-3 सालों में, 2-3 सालों के हर साल, उससे पहले भी 2.5 साल से मैं हूँ, लेकिन उसके पहले भी हमारे मुलाजिम जो गलत काम कर रहे हैं वो भी पकड़े जा रहे हैं। लेकिन कई ऐसे भी हैं जिनको हम पकड़ नहीं पाए हैं, लेकिन जो भी नज़र में आएंगे वो छोड़े नहीं जाएंगे। सो तरीके बहुत हैं नशे जाने का। सो वेर एवर देयर इज़ डिमांड, सप्लाई विल फॉलो, एंड दैट इज़ द रूल ऑफ द वर्ल्ड। सो दैट इज़ वाई वी हैव, एंड सिमिलरली अबाउट मोबाइल्स। ਤਾਰ ਲੱਗਣ ਦੇ ਬਾਵਜੂਦ ਵੀ ਫੈਂਕਾ ਗਿਰ ਰਿਹਾ। ਭਾਜੀ ਤਾੜ ਫੇਂਕਾ ਲਈ ਨਹੀਂ ਹੈ, ਤੁਸੀਂ ਚੜਨਾ ਚਾਹੋਗੇ ਤੇ ਉਹ ਤੁਹਾਡੇ ਲਈ ਹੈ ਫਿਰ। ਜਲਦੀ CRP ਲੱਗੀ ਹੈ, ਮੋਬਾਈਲ ਬਹੁਤ ਜ਼ਿਆਦਾ ਸਰ ਅੰਦਰ ਮਿਲ ਰਹੇ ਆ, ਇਹਦਾ ਕੀ ਹੈ? ਇੱਥੋਂ ਚੈੱਕ ਹੋ ਕੇ ਸਾਰਾ ਕੁਝ ਜਾ ਰਿਹਾ, ਫਿਰ ਵੀ ਪਰਚੇ ਆ ਰਹੇ ਆ। ਦੇਖੋ ਤੁਸੀਂ ਨਾ ਇੱਕ ਗਲਤ ਐਜ਼ੰਪਸ਼ਨ ਕਰ ਰਹੇ ਹੋ ਕਿ ਮੋਬਾਈਲ ਇੱਥੋਂ ਜਾ ਰਿਹਾ। ਨਹੀਂ ਦੇਖੋ, ਮੈਂ ਇੱਥੋਂ ਨਹੀਂ ਕਹਿ ਰਿਹਾ। ਠੀਕ ਹੈ, ਇਹ ਜੇਲ ਹੈ, ਇਹ 에ਅਰਪੋਰਟ ਨਹੀਂ ਹੈ। 에ਅਰਪੋਰਟ 3 ਪਾਸੋਂ ਬੰਦ ਹੁੰਦਾ ਹੈ ਬਿਲਡਿੰਗ, ਇਹ केवल हॉरिजॉन्टली क्लोज्ड है, ऊपर से खुला जगह है, ठीक है। सो ਜਿਹੜਾ ਕਿ ਮੈਕਸਿਮਮ ਅਮਾਉਂਟ ਆਫ ਸਮਗਲਿੰਗ ਜਿਹੜੀ ਜੇਲ੍ਹ ਦੇ ਵਿੱਚ ਹੋ ਰਹੀ ਹੈ ਉਹ ਫੇਕੇ ਨਾਲ ਹੋ ਰਹੀ ਹੈ। ਆਪਾਂ ਉਹਨੂੰ ਡਾਕੂਮੈਂਟ ਵੀ ਕਰ ਰਹੇ ਹਾਂ। ਅਬ ਕਿੰਨਾ % ਫੇਕਾ ਆਪਾਂ ਫੜ ਪਾਉਂਦੇ ਹਾਂ, ਕਿੰਨਾ % ਸਾਡੇ ਤੋਂ ਨਿਕਲ ਜਾਂਦਾ ਹੈ, ਵੀ ਡੋਂਟ ਨੋ। ਸੋ ਇਹਦੀ ਟੈਕਨੋਲੋਜੀ ਦਾ ਵੀ ਹੈ। ਆਪਾਂ ਇੱਕ ਪ੍ਰੋਜੈਕਟ ਬਣਾਇਆ ਜਿਹਦੇ ਵਿੱਚ ਆਪਾਂ ਕੈਮਰਾਜ਼ ਲਗਾ ਕੇ ਇਹਨੂੰ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਬਟ ਦੈਟ ਇਜ਼ ਅਗੇਨ ਫॉर ਅਨਦਰ ਡੇ। बट थिंग इज़ कि CRPF लगन तो बाद अगर मोबाइल्स रिकवरी वधी है तो ये अच्छी गल है ना। मोबाइल फड़ कौन रहा है? कोई बाहर दी फोर्स आके मोबाइल नहीं फड़ रही, जेल मुलाजिम तो मोबाइल फड़ के दे रहा है। 2018 ਦੇ ਵਿੱਚ 800 मोबाइल फड़े गए सी, 2020 ਦੇ ਵਿੱਚ 2400 मोबाइल फड़े गए सी, 2021 ਦੇ ਵਿੱਚ ऑलरेडी ਆਪਾਂ 2700 क्रॉस कर चुके हैं। ये मोबाइल कौन फड़ रहा है? ये बाहरों कोई आके नहीं फड़ रहा, ये साढ़े जेल मुलाजिम फड़ रहे ने। ਆ ਕਿੱਥੋਂ ਰਹੇ ਸਰ ਰੌਲਾ ਦਾ? ਆ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ ਕਿ ਕਈ ਤਰੀਕੇ ਹੈਗੇ ਨੇ। ਸਾਡੇ ਵੀ ਕੁਝ ਮੁਲਾਜ਼ਮ ਮਿਲੇ ਹੋਣੇ ਉਹਦੇ ਵਿੱਚ,
ਉਹਦੇ ਵਿੱਚ ਕੋਈ ਇਨਕਾਰੀ ਨਹੀਂ ਹੈ ਸਾਡੀ, ਲੇਕਿਨ ਫੜ ਕੌਣ ਰਿਹਾ ਹੈ ਇਸ ਚੀਜ਼ ਦਾ ਜਵਾਬ ਦਿਓ ਮੈਨੂੰ। ਫੜ ਵੀ ਜੇਲ੍ਹ ਮੁਲਾਜ਼ਮ ਰਿਹਾ ਹੈਗਾ। ਉਹੀ ਮੋਬਾਈਲ ਜਿਹੜਾ ਕਿ ਇੱਕ ਬੰਦੇ ਕੋਲ ਰੱਖਣ ਮੇਰਾ ਕੀ ਹੈ ਕਿ ਮੋਬਾਈਲ ਰੱਖਣਾ ਡਿਫਿਕਲਟ ਬਣਾ ਦੇਣਾ ਹੈ ਬੰਦੇ ਦੀ। ਉਹ ਅਗਰ 10,000 ਰੁਪਇਆ ਦੇ ਕੇ ਮੋਬਾਈਲ ਲਾ ਰਿਹਾ ਹੈਗਾ, 4 ਦਿਨ ਬਾਅਦ ਮੋਬਾਈਲ ਰਿਕਵਰ ਹੋ ਜਾਣਾ ਚਾਹੀਦਾ ਹੈ। ਉਹਦੀ ਜ਼ਿੰਦਗੀ ਨੂੰ ਔਖਾ ਬਣਾਉਣਾ ਮੈਂ ਕਰ ਸਕਦਾ ਹਾਂ। 100% ਮੋਬਾਈਲ ਤੁਸੀਂ ਇਸ ਏਰੀਆ 'ਚ ਦੇਖੋ, ਮੈਂ ਬਗਲ ਵਾਲੇ ਕਾਲੋਨੀ 'ਚ ਖੜੇ ਹੋ ਕੇ ਜਦੋਂ ਮਰਜ਼ੀ ਮੈਂ ਫੇਕਾ ਕਰ ਦੇਵਾਂ, ਠੀਕ ਹੈ। ਸੋ ਉਹ ਮੋਬਾਈਲ ਆਉਣ ਦੇ ਤਰੀਕੇ ਬਹੁਤ ਹੈ, ਲੇਕਿਨ ਸਾਡੀ ਕਾਮਯਾਬੀ ਹੈ ਕਿ ਆਪਾਂ ਵੱਧ ਤੋਂ ਵੱਧ ਫੜੀਏ ਤੇ ਮੋਬਾਈਲ ਰੱਖਣਾ ਉਸ ਚੀਜ਼ ਨੂੰ ਔਖਾ ਕਰ ਦਈਏ। ਉਸ ਚੀਜ਼ 'ਚ ਆਪਾਂ ਕਾਮਯਾਬ ਹੋਏ ਹਾਂ। ਪਿਛਲੇ ਦਿਨੀ ਇੱਕ ਬੰਦੀ ਦੇ ਨਾਲ ਬੇਅਦਬੀ ਕੀਤੀ ਗਈ ਹੈ, ਉਹ ਤੇ ਕਿਵੇਂ ਐਕਸ਼ਨ ਲਿੱਤਾ ਜੀ? ਕਿਹੜੀ ਬੇਅਦਬੀ? ਮੈਨੂੰ ਇਹ ਕੇਸ ਦਾ ਕੇਸਧਾਰੀ ਯੁਵਕ ਦੇ ਬਿਲਕੁਲ ਬਾਹਰ ਨੋਚੇ ਗਏ ਜੀ, ਉਹਨੇ ਹਸਪੀਟਲ ਇਹ ਮੇਰੇ ਨੋਟਿਸ 'ਚ ਨਹੀਂ ਹੈ। ਪਰਚਾ ਕਰਾਇਆ ਜੀ ਅਸੀਂ। ਠੀਕ ਹੈ, ਜੋ ਵੀ ਹੈ, ਮਤਲਬ ਅਗਰ ਕੋਈ ਇਨਸੀਡੈਂਟਸ ਤਾਂ ਹੁੰਦੇ ਰਹਿਣਗੇ ਯਾਰ। ਆਪਾਂ 26,000 ਪ੍ਰਿਜ਼ਨਰਸ ਨੂੰ ਸਾਂਭ ਰਹੇ ਹਾਂ। ਇਸ ਤਰ੍ਹਾਂ ਦੇ ਇਨਸੀਡੈਂਟਸ, ਕਾਮਯਾਬੀ ਸਾਡੀ ਇਸ ਚੀਜ਼ 'ਚ ਹੈ ਕਿ ਜੋ ਐਕਸ਼ਨ ਹੁੰਦਾ ਹੈ, ਜੋ ਡਿਊ ਐਕਸ਼ਨ ਹੈ, ਉਹ ਹੋਣਾ ਚਾਹੀਦਾ। ਡਿਊ ਪ੍ਰੋਸੈਸ ਆਫ ਲਾਅ ਸ਼ੁੱਡ ਫੋਲੋ। ਬਟ ਤੁਹਾਡਾ ਇਹ ਬੇਅਦਬੀ ਵਾਲਾ ਜਿਹੜਾ ਕੇਸ ਹੈ, ਉਹਦੇ ਬਾਰੇ ਮੈਨੂੰ ਆਫ ਦਾ ਕਫ ਯਾਦ ਨਹੀਂ ਹੈ। ਚਲੋ, ਥੈਂਕ ਯੂ, ਆਲ ਦ ਬੈਸਟ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, तुरंत संपर्क करो। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो। जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, लव मैरिज, सौतन ਅਤੇ दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तुड़वाओ, रुस्से ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।